ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਾਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਘਨ ਨਾ ਕੋ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ। ਦੋਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਂ ਆਣੈ ਰਾਸ। ਤਿਥੈ ਅੱਗੈ ਨਾਨਕਾ ਖਲੇ ਕੀਚੈ ਅਰਦਾਸ। ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਸਤਨਾਮ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ। ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸਿਆ ਹਰ ਨਾਮ। ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ ਸਤਿਗੁਰ ਬਖਸਿਆ ਹਰ ਨਾਮ। ਕਾਲ ਜੁਗ ਉਧਾਰਿਆ ਗੁਰਦੇਵ ਮਾਲ ਮੂਤ ਮੂੜ ਜੇ ਮੁਗਧ ਹੋਤੇ ਸਾਬ ਲੱਗੇ ਤੇਰੀ ਸੇਵ। ਰਹਾਉ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮੈਂ ਰਹਿਆ ਸਮਾਏ। ਧਰਮ ਰਾਜਾ ਬਿਸਮਾਦ ਹੋਆ ਸਭ ਪਈ ਤੇ ਪੈਰੀ ਆਏ। ਸਤਿਜੁਗ ਤ੍ਰੇਤਾ ਦੁਆਪਰ ਭਣੀਐ ਕਲਯੁਗ ਊਤਮੋ ਜੁਗਾ ਮਾਹੇ। ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਏ। ਹਰ ਜੀਉ ਸੋਈ ਕਰਹਿ ਜੇ ਭਗਤ ਤੇਰਾ ਜਾਚਹਿ। ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ। ਆਪਣਿਆਂ ਸੰਤਾਂ ਦੇਹ ਹਰ ਦਰਸ। ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ। ਇਹੋ ਤੇਰਾ ਬਿਰਦ
ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇਹ ਹਰ ਦਰਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਜ਼ਬਰ ਤਖਤ ਦੇ ਮਾਲਕ, ਲੋਕ ਪਰਲੋਕ ਦੇ ਰਾਖੇ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਜਾਗਦੀ ਜੋਤ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ, ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ, ਗੁਰੂ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹੋਏ, ਆਪਣੇ ਮਨੁੱਖਾ ਜਨਮ ਦੀਆਂ ਘੜੀਆਂ ਨੂੰ ਸਫਲਾ ਕਰਦੇ ਹੋਏ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਸ਼ਰਵਣ ਕਰਦੇ ਹੋਏ, ਗੁਰੂ ਨੂੰ ਸੀਸ ਝੁਕਾਉਂਦੇ ਹੋਏ, ਡੰਡੌਤ ਵੰਦਨਾ ਕਰਦੇ ਹੋਏ, ਅਰਦਾਸਾਂ ਬੇਨਤੀਆਂ ਕਰਦੇ ਹੋਏ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਸਾ ਰਾਗ ਦੇ ਅੰਦਰ ਮਹੱਲਾ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ। ਬਾਣੀ ਦੁਆਰਾ 406 ਅੰਗ ਤੇ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਮਹਾਰਾਜ ਜੀ। ਗੁਰਬਾਣੀ ਦੁਆਰਾ ਇਸ ਸੰਸਾਰ ਦੇ ਜੀਵਾਂ ਤਾਈਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਕਹਿਣ ਲੱਗੇ, ਹੇ ਭਾਈ, ਇਸ ਮਨ ਨੂੰ ਸਮਝਾਉਣਾ ਕਰੀਏ ਤੇ ਮਨ ਬਾਣੀ ਦੀ ਹੰਗਤਾ ਤੋਂ ਰਹਿਤ ਜੋ ਪਰਮੇਸ਼ਰ ਹੈ, ਉਸ ਅੱਗੇ ਅਰਦਾਸਾਂ ਬੇਨਤੀਆਂ ਕਰੀਏ। ਮਹਾਰਾਜ, ਤੁਹਾਡਾ ਦਰਸ਼ਨ ਅਗੋਚਰ ਇੰਦਰੀਆਂ ਦੇ ਵਿਸ਼ੇ ਹੈ। ਹੇ ਮਨ ਦੇ ਸੰਕਲਪਾਂ ਵਿਕਲਪਾਂ ਦੇ ਅਵਿਸ਼ੇ ਅਤੇ ਇੰਦਰੀਆਂ ਕਰਕੇ ਅਗੋਚਰ ਪਰਮੇਸ਼ਰ, ਤੁਹਾਡਾ ਦਰਸ਼ਨ ਸੋ ਪਾਏ ਉਹ ਪੁਰਖ ਪ੍ਰਾਪਤ ਕਰਦਾ ਹੈ ਜਿਸ ਮਸਤਕ ਭਾਗ, ਜਿਸ ਦੇ ਮਸਤਕ ਮੱਥੇ ਤੇ ਸ਼੍ਰੋਮਣੀ ਭਾਗ ਹੈ। ਆਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ। ਹੇ ਮਨ ਬਾਣੀ ਦੀ ਹੰਗਤਾ ਤੋਂ ਰਹਿਤ ਪਰਮੇਸ਼ਰ, ਤੁਹਾਡਾ ਦਰਸ਼ਨ ਇੰਦਰੀਆਂ ਦੇ, ਤੁਹਾਡਾ ਦਰਸ਼ਨ ਹੈ ਜਿਹੜਾ ਮਨ ਦੇ ਸੰਕਲਪਾਂ ਵਿਕਲਪਾਂ ਦੇ ਅਵਿਸ਼ੇ ਅਤੇ ਇੰਦਰੀਆਂ ਕਰਕੇ ਅਗੋਚਰ ਪਰਮੇਸ਼ਰ, ਤੁਹਾਡਾ ਦਰਸ਼ਨ ਉਹ ਪੁਰਖ ਪ੍ਰਾਪਤ ਕਰਦਾ ਹੈ ਜਿਸ ਦੇ ਮਸਤਕ ਮੱਥੇ ਦੇ ਸ਼੍ਰੋਮਣੀ ਭਾਗ ਹਨ, ਵੱਡੇ ਭਾਗ ਹਨ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਕਿ ਕਿਰਪਾਲ ਕਿਰਪਾਲੂ ਪ੍ਰਭੂ ਪਰਮੇਸ਼ਰ ਨੇ ਆਪ ਜਿਨ੍ਹਾਂ ਉੱਪਰ ਕਿਰਪਾ ਦਇਆ ਦ੍ਰਿਸ਼ਟੀ ਧਾਰਨਾ ਕੀਤੀ ਹੈ। ਸਤਿਗੁਰ ਬਖਸ਼ਿਆ ਹਰ ਨਾਮ, ਉਹਨਾਂ ਨੂੰ ਸਤਿਗੁਰੂ ਸੱਚੇ ਗੁਰੂ ਨੇ ਹਰੀ ਪਰਮੇਸ਼ਰ ਦਾ ਨਾਮ ਬਖਸ਼ਣਾ ਕੀਤਾ ਹੈ। ਆਪ ਕਿਰਪਾਲ ਕਿਰਪਾ ਪ੍ਰਭ ਧਾਰੀ, ਸਤਿਗੁਰ ਬਖਸ਼ਿਆ ਹਰ ਨਾਮ। ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਕਿਰਪਾਲੂ ਪ੍ਰਭੂ ਪਰਮੇਸ਼ਰ ਨੇ ਆਪ ਜਿਨ੍ਹਾਂ ਉੱਪਰ ਕਿਰਪਾ ਕੀਤੀ ਹੈ, ਦਇਆ ਦ੍ਰਿਸ਼ਟੀ ਕੀਤੀ ਹੈ,
ਉਹਨਾਂ ਨੂੰ ਸੱਚੇ ਗੁਰਾਂ ਨੇ ਹਰੀ ਪਰਮੇਸ਼ਰ ਦਾ ਨਾਮ ਬਖਸ਼ਣਾ ਕੀਤਾ ਹੈ। ਕਲਯੁਗ ਉਧਾਰਿਆ ਗੁਰਦੇਵ, ਅਕਾਲ ਪੁਰਖ ਨੇ ਆਪ ਗੁਰਦੇਵ ਗੁਰੂ ਨਾਨਕ ਰੂਪ ਹੋ ਕੇ ਕਲਯੁਗ ਦੇ ਜੀਵਾਂ ਨੂੰ ਉਧਾਰਿਆ, ਉਧਾਰਨਾ ਕੀਤਾ ਹੈ, ਤਾਰਨਾ ਕੀਤਾ ਹੈ। ਭਾਵ ਜੋ ਪਹਿਲੇ ਯੁੱਗਾਂ ਵਿੱਚ ਗੁਨਾਹ ਕਰਕੇ ਜੂਨਾ ਭੁਗਤ ਰਹੇ ਸਨ, ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੀਵਾਂ ਨੂੰ ਉਧਾਰਿਆ, ਉਧਾਰਨਾ ਕੀਤਾ ਹੈ, ਜੀਵਾਂ ਦਾ ਉਧਾਰ ਕੀਤਾ ਹੈ। ਜਿਹੜੇ ਪਹਿਲਾਂ ਯੁੱਗ ਸਨ, ਉਹਨਾਂ ਯੁੱਗਾਂ ਦੇ ਵਿੱਚ ਸੰਸਾਰੀ ਜੀਵਾਂ ਨੇ ਗੁਨਾਹ ਕਰਕੇ ਜੂਨਾ ਭੁਗਤ ਰਹੇ ਸਨ, ਉਹਨਾਂ ਨੂੰ ਸਤਿਗੁਰਾਂ ਨੇ ਕਲਯੁਗ ਵਿੱਚ ਤਾਰਨਾ ਕੀਤਾ ਹੈ। ਜਿਹੜੇ ਪਿਛਲੇ ਯੁੱਗਾਂ ਦੇ ਆ ਰਹੇ ਸਨ, ਪਿਛਲੇ ਯੁੱਗਾਂ ਦੇ ਵਿੱਚ ਕੁਝ ਹੋਰ ਸੀ ਸੇ ਕਲਯੁਗ ਬਾਰੇ ਗਾਹਾਂ ਅੱਗੇ ਇਸੇ ਸ਼ਬਦ ਦੇ ਵਿੱਚ ਮਹਾਰਾਜ ਜੀ ਸਮਝਾਉਣਗੇ। ਮਾਲ ਮੂਤ ਮੂੜ ਜੇ ਮੁਗਧ ਹੋਤੇ, ਸਭ ਲੱਗੇ ਤੇਰੀ ਸੇਵ। ਮਹਾਰਾਜ ਜਿਹੜੇ ਸਰੀਰ ਕਰਕੇ ਮਲ ਗੰਦਗੀ ਤੇ ਮੂਤ ਪਿਸ਼ਾਬ ਦੇ ਤੁਲ ਅਪਵਿੱਤਰ ਹਨ, ਗੰਦੇ ਹਨ, ਜਿਹੜੇ ਸਰੀਰ ਗੰਦਗੀ ਤੇ ਪਿਸ਼ਾਬ ਦੇ ਤੁਲ ਅਪਵਿੱਤਰ ਹਨ, ਮਨ ਕਰਕੇ ਮੂੜ ਮੁਗਧ, ਮੂਰਖ ਅਤੇ ਬਾਣੀ ਕਰਕੇ ਬੇਸਮਝ ਹੁੰਦੇ ਸਨ। ਮਾਲ ਮੂਤ ਮੂੜ ਜੇ ਮੁਗਧ ਹੋਤੇ, ਕਿ ਜੋ ਪਰਾਈ ਨਿੰਦਿਆ ਰੂਪੀ ਮਲ ਮੈਲ ਖਾਂਦੇ ਸਨ, ਮੂਤ ਪਿਸ਼ਾਬ ਦੀ ਨਿਆਈ ਸ਼ਰਾਬ ਪੀਂਦੇ ਸਨ, ਜਾਂ ਕਾਮ ਨਾਲ ਵਿਆਕੁਲ ਸਨ। ਮੁਗਧ ਹੋਤੇ ਮੁਗਧ ਮੂਰਖ ਵਿਸ਼ਈ ਅਤੇ ਸ਼ਾਸਤਰ ਗਿਆਨ ਪਰਮਾਰਥ ਗਿਆਨ ਵੱਲੋਂ ਬੇਸਮਝ ਸਨ। ਹੇ ਮਹਾਰਾਜ, ਸਭ ਲੱਗੇ ਤੇਰੀ ਸੇਵ, ਕਿ ਉਹ ਸਭ ਸਾਰੇ ਗੁਰਮੁਖ ਤਾਈਂ ਧਾਰਨ ਕਰਕੇ ਤੁਹਾਡੀ ਸੇਵਾ, ਤੁਹਾਡੀ ਟਹਿਲ ਦੇ ਵਿੱਚ ਲੱਗੇ ਹੋਏ ਹਨ। ਜਿਹੜੇ ਪਿਛਲੇ ਯੁੱਗਾਂ ਦੇ ਵਿੱਚ ਮਾਲ ਮੂਤ ਮੂੜ ਜੇ ਮੁਗਧ ਹੋਤੇ, ਜਿਹੜੇ ਇਹੋ ਜਿਹੇ ਸਨ, ਉਹ ਮਹਾਰਾਜ ਸਭ ਲੱਗੇ ਤੇਰੀ ਸੇਵ, ਇਹ ਸਾਰੇ ਗੁਰਮੁਖ ਤਾਈਂ ਧਾਰਨ ਕਰਕੇ, ਗੁਰਮੁਖ ਬਣ ਕੇ ਤੁਹਾਡੀ ਸੇਵਾ, ਤੁਹਾਡੀ ਟਹਿਲ ਵਿੱਚ ਲੱਗੇ ਹੋਏ ਹਨ। ਰਹਾਓ, ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮੈਂ ਰਹਿਆ ਸਮਾਏ। ਹੇ ਮਹਾਰਾਜ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਤੇ ਫਿਰ ਆਪ ਦਾ ਆਸਰਾ ਦੇ ਕੇ ਧਰਤਾ ਧਰਨ ਵਾਲਾ, ਰੱਖਣ ਵਾਲਾ ਹੈ। ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ, ਸਭ ਮੈਂ ਰਹਿਆ ਸਮਾਏ। ਇਹ ਮਹਾਰਾਜ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਤੇ ਫਿਰ ਆਪ ਦਾ ਆਸਰਾ ਦੇ ਕੇ ਧਰਤਾ ਧਰਨ ਵਾਲਾ, ਰੱਖਣ ਵਾਲਾ ਹੈ। ਮਹਾਰਾਜ ਜੀ, ਸਭ ਮੈਂ ਰਹਿਆ ਸਮਾਏ, ਤੇ ਅਤੇ ਫਿਰ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ, ਸਭ ਦੇ ਵਿੱਚ ਹੀ ਸਮਾ ਰਿਹਾ ਹੈ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜਦੋਂ ਸਾਰੀ ਸ੍ਰਿਸ਼ਟੀ ਮਹਾਰਾਜ ਜੀ ਦੇ ਪੈਰੀਂ ਚਰਨੀ ਆਏ, ਆ ਕੇ ਪੈ ਗਈ। ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਜਦੋਂ ਸਾਰੀ ਸ੍ਰਿਸ਼ਟੀ ਮਹਾਰਾਜ ਜੀ ਦੇ ਪੈਰੀਂ ਚਰਨੀ ਆ ਕੇ ਪੈ ਗਈ, ਤਦੋਂ ਧਰਮ ਰਾਜਾ ਬਿਸਮਾਦ ਹੋਆ, ਕਿ ਉਦੋਂ ਫਿਰ ਧਰਮ ਰਾਜਾ ਵੀ ਬਹੁਤ ਬਿਸਮਾਦ, ਹੈਰਾਨ ਹੋਇਆ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੁਨੀਆ ਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਦੋਂ ਸ੍ਰਿਸ਼ਟੀ ਚਰਨੀ ਪਈ, ਤਾਂ ਧਰਮ ਰਾਜਾ ਵੀ ਬਹੁਤ ਬਿਸਮਾਦ, ਹੈਰਾਨ ਹੋਇਆ ਕਿ ਸਤਿਗੁਰਾਂ ਨੇ ਤਾਂ ਸਭਨਾਂ ਦਾ ਉਧਾਰ ਕਰ ਦਿੱਤਾ ਹੈ। ਧਰਮ ਰਾਜਾ ਕਹਿਣ ਲੱਗਿਆ, ਮੇਰੇ ਨਰਕ ਖਾਲੀ ਹੋ ਜਾਣਗੇ,
ਧਰਮ ਰਾਜਾ ਬਿਸਮਾਦ ਹੋਆ, ਸਭ ਪਈ ਪੈਰੀ ਆਏ। ਕਿ ਜਦੋਂ ਸਭ ਸਾਰੀ ਸ੍ਰਿਸ਼ਟੀ ਮਹਾਰਾਜ ਜੀ ਦੇ ਪੈਰੀ ਚਰਨੀ ਆ ਕੇ ਪੈ ਗਈ, ਤਦੋਂ ਧਰਮ ਰਾਜਾ ਵੀ ਬਹੁਤ ਬਿਸਮਾਦ ਹੈਰਾਨ ਹੋਇਆ ਕਿ ਸਤਿਗੁਰਾਂ ਨੇ ਤਾਂ ਸਭਨਾਂ ਦਾ ਉਧਾਰ ਕਰ ਦਿੱਤਾ, ਮੇਰੇ ਨਰਕ ਖਾਲੀ ਹੋ ਜਾਣਗੇ। ਧਰਮ ਰਾਜਾ ਕਹਿਣ ਲੱਗਿਆ, ਸਤਿਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾਂ ਮਾਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਪਹਿਲਾਂ ਜੋ ਸਤਿਯੁਗ ਤ੍ਰੇਤਾ ਅਤੇ ਦੁਆਪਰ ਉੱਤਮ ਭਣੀਐ, ਉੱਤਮ ਕਹੇ ਜਾਂਦੇ ਸਨ। ਕਲਯੁਗ ਤੋਂ ਪਹਿਲਾਂ ਜੋ ਯੁੱਗ ਆਏ ਸੀ, ਪਹਿਲਾ ਸੀ ਸਤਿਯੁਗ, ਦੂਜਾ ਤ੍ਰੇਤਾ, ਤੀਜਾ ਦੁਆਪਰ, ਹੁਣ ਚੌਥਾ ਕਲਯੁਗ ਚੱਲ ਰਿਹਾ ਹੈ। ਕਿ ਇਹਨਾਂ ਸਤਿਯੁਗ ਤ੍ਰੇਤਾ ਦੁਆਪਰ ਜਿਹੜੇ ਉੱਤਮ ਕਹੇ ਜਾਂਦੇ ਸੀ, ਚੰਗੇ ਕਹੇ ਜਾਂਦੇ ਸੀ ਕਿ ਪਿਛਲੇ ਯੁੱਗ ਬੜੇ ਚੰਗੇ ਹਨ, ਕਲਯੁਗ ਦੇ ਵਿੱਚ ਇਹ ਕਹੇ ਜਾਂਦੇ ਹਨ। ਪਰੰਤੂ ਕਲਯੁਗ ਊਤਮੋ ਜੁਗਾਂ ਮਾਹੇ। ਮਹਾਰਾਜ ਜੀ ਕਹਿਣ ਲੱਗੇ, ਹੁਣ ਕਲਯੁਗ ਉਹਨਾਂ ਯੁੱਗਾਂ ਵਿੱਚੋਂ ਊਤਮੋ ਸ੍ਰੇਸ਼ਟ ਹੈ, ਚੰਗਾ ਹੈ। ਕਿਹਾ ਉਹਨਾਂ ਨੂੰ ਵੀ ਚੰਗਾ ਜਾਂਦਾ ਸੀ, ਪਰ ਇਹ ਜਿਹੜਾ ਕਲਯੁਗ ਹੈ ਉਹਨਾਂ ਯੁੱਗਾਂ ਤੋਂ ਵੀ ਚੰਗਾ ਹੈ। ਇਸ ਬਾਰੇ ਸਾਖੀ ਦੁਆਰਾ ਵੀ ਸਮਝਾਇਆ ਮਹਾਰਾਜ ਜੀ ਨੇ, ਤੇ ਗੁਰਬਾਣੀ ਦੁਆਰਾ ਵੀ ਸਮਝਾਉਣਾ ਕੀਤਾ ਹੈ। ਪਹਿਲਾਂ ਸਮਝਾਉਣਾ ਕੀਤਾ ਹੈ ਸਤਿਯੁਗ ਬਾਰੇ, ਫਿਰ ਤ੍ਰੇਤਾ, ਫਿਰ ਦੁਆਪਰ, ਫਿਰ ਕਲਯੁਗ। ਚਾਰੇ ਯੁੱਗਾਂ ਦੀ ਮਹਾਨਤਾ ਦੱਸੀ ਹੈ ਕਿ ਕਿਉਂ ਚੰਗੇ ਕਹੇ ਗਨ, ਤੇ ਕਲਯੁਗ ਉਹਨਾਂ ਤੋਂ ਵੀ ਉੱਤਮ ਕਿਉਂ ਹੈ। ਸਤਿਯੁਗ ਵਿੱਚ ਜੇਕਰ ਕੋਈ ਇੱਕ ਪੁਰਸ਼ ਗੁਨਾਹ ਕਰਦਾ ਸੀ ਤਾਂ ਸਾਰੇ ਦੇਸ਼ ਨੂੰ ਉਸ ਦਾ ਫਲ ਭੁਗਤਣਾ ਪੈਂਦਾ ਸੀ। ਸਤਿਯੁਗ ਦੇ ਵਿੱਚ ਜੇਕਰ ਕੋਈ ਪੁਰਸ਼ ਗੁਨਾਹ ਕਰਦਾ ਸੀ ਤਾਂ ਸਾਰੇ ਦੇਸ਼ ਨੂੰ ਉਸ ਦਾ ਫਲ ਭੁਗਤਣਾ ਪੈਂਦਾ ਸੀ। ਜਿਵੇਂ ਰਾਜੇ ਜੁਜਾਤੀ ਨੇ ਸੁਕਚਾਰੀਆ ਦੀ ਲੜਕੀ ਦੇਵਗਾਨੀ ਦਾ ਜ਼ਬਰਦਸਤੀ ਸੱਤ ਤੋੜਿਆ ਸੀ, ਤਾਂ ਸੁਕਚਾਰੀਆ ਦੇ ਸ਼ਰਾਪ ਕਰਕੇ 10,000 ਵਰ੍ਹਾ ਤੱਤੀ ਰੇਤ ਦੀ ਵਰਖਾ ਹੋਈ ਗਈ ਉੱਥੇ। 10,000 ਵਰ੍ਹਾ ਕਿ ਤੱਤਾ ਰੇਤਾ ਹੀ ਡਿੱਗਦਾ ਰਿਹਾ। ਕਿ ਰਾਜੇ ਜੁਜਾਤੀ ਨੇ ਸੁਕਚਾਰੀਆ ਦੀ ਲੜਕੀ ਦਾ ਜ਼ਬਰਦਸਤੀ ਸੱਤ ਤੋੜਿਆ ਸੀ, ਇਸੇ ਕਰਕੇ ਸ਼ਰਾਪ ਹੋ ਗਿਆ ਸਾਰੇ ਦੇਸ਼ ਨੂੰ, ਤੇ 10,000 ਵਰ੍ਹਾ ਤੱਤੀ ਰੇਤ ਦੀ ਵਰਖਾ ਹੋਈ, ਜਿਸ ਕਰਕੇ ਸਾਰਾ ਦੇਸ਼ ਦੁਖੀ ਹੋਇਆ। ਫਿਰ ਤ੍ਰੇਤੇ ਯੁੱਗ ਵਿੱਚ ਜੇ ਇੱਕ ਪੁਰਸ਼ ਗੁਨਾਹ ਕਰਦਾ ਸੀ ਤਾਂ ਸਾਰੀ ਨਗਰੀ, ਸਾਰਾ ਪਿੰਡ ਪਿੰਡ ਨੂੰ ਦੰਡ ਭੁਗਤਣਾ ਪੈਂਦਾ ਸੀ। ਉਹ ਕਿਵੇਂ? ਕਿ ਜਿਵੇਂ ਰਾਵਣ ਨੇ ਸੀਤਾ ਦਾ ਅਪਹਰਨ ਕੀਤਾ ਸੀ, ਉਸ ਦੀ ਸਾਰੀ ਨਗਰੀ ਲੰਕਾ ਹੀ ਉਜੜ ਗਈ। ਰਾਵਣ ਨੇ ਸੀਤਾ ਨੂੰ ਚੁਰਾ ਕੇ ਲੈ ਗਿਆ ਸੀ, ਉਸ ਦਾ ਦੰਡ ਸਾਰੀ ਨਗਰੀ ਜਿਹੜੀ ਲੰਕਾ ਸੀ ਉਹ ਉਜੜ ਗਈ। ਸੋਨੇ ਦੀ ਸੀ ਭਾਵੇਂ, ਕਿ ਉਸ ਨੂੰ ਸਰਾਪ ਲੱਗ ਗਿਆ ਸੀ, ਪਾਪ ਲੱਗ ਗਿਆ ਸੀ ਕਿ ਉਸ ਦੀ ਨਗਰੀ ਹੀ ਉਜੜ ਗਈ ਸੀ। ਦੁਆਪਰ ਯੁੱਗ ਵਿੱਚ ਜੇਕਰ ਕੋਈ ਇੱਕ ਪੁਰਸ਼ ਮੰਦ ਕਰਮ ਕਰਦਾ ਸੀ ਤਾਂ ਸਾਰੇ ਕੁਲ ਨੂੰ ਕਲੰਕ ਲੱਗਦਾ ਸੀ। ਦੁਆਪਰ ਯੁੱਗ ਦੇ ਵਿੱਚ ਕਿ ਜੇ ਕੋਈ ਪੁਰਸ਼ ਕਰਮ ਕਰਦਾ ਸੀ ਉਸ ਦੀ ਕੁਲ ਨੂੰ ਲੱਗਦਾ ਸੀ, ਫਿਰ ਪਿੰਡ ਨੂੰ ਨਹੀਂ ਲੱਗਦਾ ਸੀ, ਦੇਸ਼ ਨੂੰ ਨਹੀਂ ਲੱਗਦਾ ਸੀ। ਭਾਵ ਸਭਨਾਂ ਦਾ ਨਾਸ ਹੁੰਦਾ ਸੀ। ਜਿਵੇਂ ਕ੍ਰਿਸ਼ਨ ਭਗਵਾਨ ਦੇ ਇੱਕ ਸਾਂਭਾ ਨਾਮਕ ਪੁੱਤਰ ਨੇ ਪੇਟ ਨਾਲ ਬਾਟਾ ਬੰਨ੍ਹ ਲਿਆ ਤਾਂ ਜਾਦਵਾਂ ਨੂੰ ਮਖੌਲ ਕਰਨ ਲੱਗ ਗਿਆ ਕਿ ਇਹ ਲੜਕੇ ਦੇ ਕੀ ਹੋਊਗਾ, ਕੀ ਪੈਦਾ ਹੋਵੇਗਾ। ਇਹ ਮਖੌਲ ਕਰਨ ਲੱਗ ਗਿਆ ਦੁਰਵਾਸਾ ਰਿਸ਼ੀ ਨੂੰ। ਤਾਂ ਦੁਰਵਾਸਾ ਰਿਸ਼ੀ ਨੇ ਕਿਹਾ ਕਿ ਇਸ ਦੇ ਪੇਟ ਤੋਂ ਕੌਣ ਜਨਮ ਲਏਗਾ। ਜਦੋਂ ਦੁਰਵਾਸਾ ਰਿਸ਼ੀ ਨੂੰ ਕਿਹਾ, ਜਾਦਵਾਂ ਨੇ ਮਖੌਲ ਕੀਤਾ, ਤਾਂ ਰਿਸ਼ੀ ਨੇ ਸ਼ਰਾਪ ਦਿੱਤਾ ਕਿ ਇਸ ਤੋਂ ਤੁਹਾਡੀ ਕੁਲ ਦਾ ਨਾਸ ਕਰਨ ਵਾਲਾ ਜੰਮੇਗਾ।
सो इस प्रकार 56 करोड़ यादव शराब पी के आपस ਵਿੱਚ ਲੜਾਈ ਕਰਕੇ 2.5 ਪੈਰਾਂ ਵਿੱਚ ਹੀ ਖਤਮ ਹੋ ਗਏ ਸਨ। ਉੱਥੇ ਉਸੇ ਕੁਲ ਨੂੰ ਸਰਾਪ ਲੱਗਦਾ ਸੀ ਜਿਹੜੀ ਕੁਲ ਦਾ ਕੋਈ ਮੰਦ ਕਰਮ ਕਰਦਾ ਸੀ। ਜੈਸਾ ਕਿ ਸਤਿਯੁਗ ਕਾ ਅਨਿਆਏ ਸੁਣ ਇੱਕ ਫੇੜੇ ਸਭ ਜਗਤ ਮਰਾਵੈ। ਤ੍ਰੇਤੇ ਨਗਰੀ ਪੀੜੀਐ ਦੁਆਪਰ ਬੰਸ ਕੋ ਵੰਸ ਕਹਾਵੈ। ਕਲਯੁਗ ਜੋ ਫੇੜੇ ਸੋ ਪਾਵੈ। ਕਲਯੁਗ ਦੇ ਵਿੱਚ ਜੋ ਫੇੜੇ ਜੋ ਵੀ ਕਰੇਗਾ ਸੋ ਪਾਵੈ, ਉਹੀ ਪਾਏਗਾ। ਇਉਂ ਕਲਯੁਗ ਉਹਨਾਂ ਪਿਛਲੇ ਯੁੱਗਾਂ ਨਾਲੋਂ ਸ੍ਰੇਸ਼ਟ ਹੈ, ਕਿਉਂਕਿ ਕਲਯੁਗ ਦੇ ਵਿੱਚ ਇਹ ਕਰ ਕਰੇ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਕਲਯੁਗ ਦੇ ਵਿੱਚ ਇਹ ਸਰਾਪ ਹੈ, ਕੋਈ ਜਿਹੜਾ ਹੱਥ ਕਰਦਾ ਉਹੀ ਹੱਥ ਨੂੰ ਭੁਗਤਣਾ ਪੈਂਦਾ ਹੈ, ਦੂਜੇ ਹੱਥ ਨੂੰ ਵੀ ਕੁਝ ਨਹੀਂ ਕਿਹਾ ਜਾ ਸਕਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਮਹਾਰਾਜ ਜੀ ਕਹਿਣ ਲੱਗੇ ਜੋ ਕੋਈ ਇਹ ਕਰ ਹੱਥ ਨਾਲ ਕਰਮ ਕਰਦਾ ਹੈ ਉਸ ਦਾ ਫਲ ਉਹ ਇਹ ਹੱਥ ਹੀ ਪਾਉਂਦਾ ਹੈ। ਭਾਵ ਜੇਕਰ ਸੱਜੇ ਹੱਥ ਨਾਲ ਕੋਈ ਕਰਮ ਕੀਤਾ ਹੈ ਤਾਂ ਉਸ ਦਾ ਫਲ ਵੀ ਸੱਜਾ ਹੱਥ ਹੀ ਪਾਵੇਗਾ। ਕਿਸੇ ਕੋਈ ਨਾ ਪਕੜੀਐ ਕਿਸੈ ਥਾਏ, ਕਿ ਕਿਸੇ ਦੇ ਥਾਏ ਥਾਂ ਕੋਈ ਹੋਰ ਨਹੀਂ ਪਕੜੀਐ ਫੜਿਆ ਜਾਵੇਗਾ। ਜਿਹੜਾ ਕਰੇਗਾ ਉਹੀ ਫੜਿਆ ਜਾਵੇਗਾ। ਇਸ 'ਤੇ ਸਾਖੀ ਹੈ ਬਹੁਤ ਲੰਬੀ, ਕਿ ਕਸਾਈ ਤੇ ਗਊ ਦੀ ਸਾਖੀ ਹੈ। ਉਪਰੋਕਤ ਤੁਕ ਦੇ ਭਾਵ ਅਨੁਸਾਰ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੈ ਥਾਏ। ਇਸ ਤੁਕ 'ਤੇ ਸਾਖੀ ਹੈ ਕਿ ਇੱਕ ਪੁਰਾਤਨ ਸਾਖੀ ਲਿਖੀ ਹੋਈ ਪ੍ਰਾਪਤ ਹੋਈ ਹੈ। ਸਾਖੀ ਦਾ ਭਾਵੇਂ ਕੁਝ ਹਿੱਸਾ ਕਲਪਿਤ ਹੀ ਹੈ, ਕਿਉਂਕਿ ਨਾ ਹੋਵੇ, ਪਰ ਜੇ ਸਾਖੀ ਲਾਉਣ ਦਾ ਪ੍ਰਯੋਜਨ ਹੈ ਕਿ ਅਰਥ ਸਪਸ਼ਟ ਹੋਵੇ। ਸਾਖੀ ਲਾਉਣ ਦਾ ਪ੍ਰਯੋਜਨ ਇਹ ਹੈ ਕਿ ਇਹ ਕਰ ਕਰੇ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਇਸ ਪੰਗਤੀਆਂ ਦਾ ਜਿਹੜਾ ਅਰਥ ਹੈ ਇਸ ਦਾ ਪਤਾ ਲੱਗ ਜਾਵੇ ਕਿ ਸਾਖੀ ਦੁਆਰਾ ਪਤਾ ਵੱਧ ਲੱਗਦਾ ਹੈ, ਸਾਖੀ ਦੁਆਰਾ ਸਮਝ ਪੈਂਦੀ ਹੈ। ਇਸ ਭਾਵ ਨੂੰ ਮੁੱਖ ਰੱਖਦਿਆਂ ਹੋਇਆਂ ਸੰਪਰਦਾਇ ਗਿਆਨੀ ਲੋੜ ਅਨੁਸਾਰ ਅਕਸਰ ਤੁਕਾਂ ਤੇ ਸਾਖੀਆਂ ਲਾ ਰਹੇ ਹਨ। ਸ੍ਰੀ ਨਾਰਾਇਣ ਹਰੀ ਉਪਦੇਸ਼ ਵਿੱਚ ਇਹ ਸਾਖੀ ਇਉਂ ਦਰਜ ਹੈ ਕਿ ਇੱਕ ਤਪੱਸਵੀ ਵਨ ਵਿੱਚ ਤਪੱਸਿਆ ਕਰ ਰਿਹਾ ਸੀ। ਇੱਕ ਤਪੱਸਵੀ ਜੰਗਲਾਂ ਦੇ ਵਿੱਚ ਤਪੱਸਿਆ ਕਰ ਰਿਹਾ ਸੀ, ਪਰ ਉਹ ਅਨਪੜ੍ਹ ਸੀ। ਉਸਨੇ ਇਹ ਤਾਂ ਸੁਣ ਰੱਖਿਆ ਸੀ ਕਿ ਝੂਠ ਨਹੀਂ ਬੋਲਣਾ ਹੈ। ਅਨਪੜ੍ਹ ਸੀ ਕਿ ਉਸਨੇ ਇਹ ਸੁਣਿਆ ਸੀ ਕਿ ਝੂਠ ਨਹੀਂ ਬੋਲਣਾ, ਝੂਠ ਬੋਲਣਾ ਪਾਪ ਹੁੰਦਾ ਹੈ। ਇਸ ਭੋਲੇਪਣ ਵਿੱਚ ਇੱਕ ਐਸੀ ਘਟਨਾ ਵਾਪਰੀ ਉਸ ਦੇ ਨਾਲ ਕਿ ਇੱਕ ਗਊ ਕਸਾਈ ਕੋਲੋਂ ਜਾਨ ਬਚਾ ਕੇ ਦੌੜ ਪਈ। ਪਿੱਛੇ ਕਸਾਈ ਆਇਆ ਜਿੱਥੇ ਤਪੱਸਵੀ ਬੈਠਾ ਤਪੱਸਿਆ ਕਰਦਾ ਸੀ। ਇੱਥੋਂ ਅੱਗੇ ਪਤਾ ਨਾ ਚੱਲਿਆ ਉਸ ਕਸਾਈ ਨੂੰ ਕਿ ਗਊ ਕਿੱਧਰ ਗਈ, ਕਿਉਂਕਿ ਇੱਥੋਂ ਦੋ ਪਾਸੇ ਨੂੰ ਰਸਤਾ ਜਾਂਦਾ ਸੀ। ਕਸਾਈ ਨੂੰ ਇਹ ਨਹੀਂ ਪਤਾ ਲੱਗਿਆ ਗਊ ਕਿਹੜੇ ਰਸਤੇ ਗਈ ਹੈ। ਉਸਨੇ ਪੁੱਛਿਆ ਕਿ ਹੇ ਸੰਤ ਜੀ, ਤੁਸੀਂ ਕੋਈ ਗਊ ਦੇਖੀ ਹੈ? ਤਾਂ ਇਸ ਤਪੱਸਵੀ ਨੇ ਪਛਾਣਤਾ ਲਿਆ ਕਿ ਇਹ ਕਸਾਈ ਹੈ। ਜੇ ਮੈਂ ਇਸ ਨੂੰ ਦੱਸ ਦਿੱਤਾ ਤਾਂ ਇਸ ਨੇ ਗਊ ਦਾ ਫੜ ਕੇ ਕਤਲ ਕਰ ਦੇਣਾ ਹੈ। ਜੇ ਝੂਠ ਬੋਲਦਾ ਹਾਂ ਤਾਂ ਵੀ ਪਾਪ ਲੱਗੇਗਾ। ਇਸ ਨੇ ਸੱਜੇ ਹੱਥ ਦਾ ਇਸ਼ਾਰਾ ਦੇ ਦਿੱਤਾ, ਜਿਸ ਤੇ ਕਸਾਈ ਨੇ ਜਾ ਕੇ ਗਊ ਪਕੜ ਕੇ ਮਾਰ ਦਿੱਤੀ। ਇਸ ਦਾ
ਪਰਮਾਤਮਾ ਦੀ ਦਰਗਾਹ ਵਿੱਚ ਨਿਆਂ ਹੋਇਆ। ਇਹਨਾਂ ਤਿੰਨਾਂ ਨੂੰ ਕਰਮ ਫਲ ਭੁਗਤਾਉਣ ਲਈ ਪਰਮਾਤਮਾ ਨੇ ਅਗਲੇ ਜਨਮ ਵਿੱਚ ਗਊ ਨੂੰ ਇੱਕ ਰਾਜੇ ਦੀ ਲੜਕੀ ਦੇ ਰੂਪ ਵਿੱਚ ਪੈਦਾ ਕਰ ਦਿੱਤਾ। ਜਿਹੜਾ ਇਹਨਾਂ ਨੇ ਇਹ ਪਾਪ ਕੀਤਾ ਸੀ ਉਸ ਨੂੰ ਭੁਗਤਾਉਣ ਵੇਲੇ ਪਰਮਾਤਮਾ ਨੇ ਦਰਗਾਹ ਦੇ ਵਿੱਚ ਨਿਆਂ ਭੁਗਤਾਉਣ ਵਾਸਤੇ ਇਹਨਾਂ ਤਿੰਨਾਂ ਨੂੰ ਕਰਮ ਫਲ ਭੁਗਤਾਉਣ ਲਈ ਪਰਮਾਤਮਾ ਨੇ ਅਗਲੇ ਜਨਮ ਵਿੱਚ ਗਊ ਨੂੰ ਇੱਕ ਰਾਜੇ ਦੀ ਲੜਕੀ ਦੇ ਰੂਪ ਵਿੱਚ ਪੈਦਾ ਕਰ ਦਿੱਤਾ ਅਤੇ ਕਸਾਈ ਨੂੰ ਪਿਛਲੇ ਜਨਮਾਂ ਦੀ ਪਰਾਲਬਧ ਅਨੁਸਾਰ ਰਾਜੇ ਦਾ ਬੇਟਾ ਬਣਾ ਦਿੱਤਾ ਅਤੇ ਤਪੱਸਵੀ ਇਸ ਰਾਜ ਘਰਾਣੇ ਦਾ ਪੁਰੋਹਿਤ ਹੋ ਕੇ 20 ਸਾਲ ਤੱਕ ਸੇਵਾ ਨਿਭਾਉਂਦਾ ਰਿਹਾ। ਬ੍ਰਾਹਮਣ ਬਣ ਕੇ 20 ਸਾਲ ਤੱਕ ਸੇਵਾ ਨਿਭਾਉਂਦਾ ਰਿਹਾ। ਜਦੋਂ ਸੰਜੋਗ ਬਸ ਇਹਨਾਂ ਦੀ ਸ਼ਾਦੀ ਹੋਈ, ਉਸ ਲੜਕੀ ਦੀ ਤੇ ਰਾਜੇ ਦੇ ਲੜਕੇ ਦੀ, ਜਦੋਂ ਇਹਨਾਂ ਦੀ ਸ਼ਾਦੀ ਹੋਈ ਤਾਂ ਰਾਜੇ ਦੇ ਇਕਲੌਤੇ ਬੇਟੇ ਲਈ ਇੱਕ ਸੁੰਦਰ ਮਹਿਲ ਬਣਾਇਆ ਗਿਆ ਰਾਜੇ ਵੱਲੋਂ ਸ਼ਾਦੀ ਤੋਂ ਪਹਿਲਾਂ, ਕਿ ਜਦੋਂ ਸ਼ਾਦੀ ਕਰਾ ਕੇ ਪਹਿਲੀ ਰਾਤ ਹੀ ਆਵੇਗਾ ਆਪਣੇ ਮਹਿਲਾਂ ਵਿੱਚ ਵਿਰਾਜਿਆ ਕਰੇਗਾ। ਤਾਂ ਜਦੋਂ ਆਏ ਸ਼ਾਦੀ ਕਰਵਾ ਕੇ ਰਾਜਾ ਉਸ ਲੜਕੀ ਨਾਲ, ਤਾਂ ਥੱਕੇ ਹੋਏ ਯੁਵਰਾਜ ਨੂੰ ਨੀਂਦ ਆ ਗਈ ਰਾਜੇ ਦੇ ਲੜਕੇ ਨੂੰ। ਤਾਂ ਉਸ ਦੀ ਪਤਨੀ ਜਿਹੜੀ ਲੜਕੀ ਨੂੰ ਵਿਆਹ ਕੇ ਲਿਆਇਆ ਸੀ, ਜੋ ਸ਼ਾਸਤਰਾਂ ਦਾ ਸ਼ੌਂਕ ਰੱਖਦੀ ਸੀ, ਪਲੰਗ 'ਤੇ ਖੜੀ ਹੋ ਕੇ ਕੰਧ ਨਾਲੋਂ ਉੱਤਮ ਦਰਜੇ ਦੀ ਤੇਜ਼ ਧਾਰ ਤਲਵਾਰ ਵੇਖਣ ਵਾਸਤੇ ਲਾ ਲਈ। ਜਦੋਂ ਤੇਜ਼ ਕਿਰਪਾਨ ਕੰਧ 'ਤੇ ਟੰਗੀ ਪਈ ਸੀ ਕਿੱਲੇ 'ਤੇ, ਜਦੋਂ ਲਾ ਲਈ, ਜਦੋਂ ਮਿਆਨ ਤੋਂ ਬਾਹਰ ਕੱਢਣ ਲੱਗੀ ਤਾਂ ਅਚਾਨਕ ਇਹ ਘਟਨਾ ਵਾਪਰੀ ਕਿ ਕਿਰਪਾਨ ਉਸ ਦੇ ਹੱਥ ਵਿੱਚੋਂ ਛੁੱਟ ਕੇ ਉਸ ਦੇ ਪਤੀ ਦੇ ਕੰਠ, ਪਤੀ ਦੇ ਗਲ 'ਤੇ ਐਸੀ ਵੱਜੀ ਕਿ ਉਹ ਥਾਂ 'ਤੇ ਹੀ ਮ੍ਰਿਤੂ ਹੋ ਗਿਆ, ਉੱਥੇ ਹੀ ਮਰ ਗਿਆ। ਉਸ ਵੇਲੇ ਇਸ ਲੜਕੀ ਨੇ ਸੋਚਿਆ ਕਿ ਇਹ ਭਾਵੇਂ ਸਭ ਕੁਝ ਅਚਾਨਕ ਹੀ ਹੋਇਆ ਹੈ, ਪਰ ਮੇਰਾ ਕਿਸੇ ਨੇ ਸੱਚ ਨਹੀਂ ਮੰਨਣਾ, ਇਸ ਲਈ ਆਪਣੇ ਬਚਾਅ ਲਈ ਕੋਈ ਝੂਠੀ ਕਹਾਣੀ ਬਣਾ ਲੈਣੀ ਚਾਹੀਦੀ ਹੈ। ਰਾਜੇ ਦੇ ਪੁੱਤਰ ਦੀ ਘਰ ਵਾਲੀ ਜਿਹੜੀ ਵਿਆਹ ਕੇ ਲਿਆਂਦੀ ਸੀ, ਉਸ ਨੇ ਸੋਚਿਆ ਕੋਈ ਕਹਾਣੀ ਬਣਾ ਲਈਏ ਬਚਣ ਤੋਂ ਵਾਸਤੇ। ਸਾਬਰ ਦਾ ਘੁੱਟ ਭਰ ਕੇ ਰਾਤ ਦੇ ਤੀਜੇ ਪਹਿਰ ਤੱਕ ਇੱਧਰ ਉੱਧਰ ਘੁੰਮਦੀ ਫਿਰਦੀ ਰਹੀ ਅਤੇ ਜਦੋਂ ਤੀਜਾ ਪਹਿਰ ਹੋ ਗਿਆ, ਕੀ ਵੇਖਿਆ ਕਿ ਬ੍ਰਾਹਮਣ ਹੱਥ ਵਿੱਚ ਗੜਬੀ ਫੜ ਕੇ ਮੰਦਰ ਵਿੱਚ ਪੂਜਾ ਕਰਨ ਲਈ ਜਾ ਰਿਹਾ ਹੈ। ਜੋ ਉਹ ਪੁਜਾਰੀ ਬਣਿਆ ਸੀ, ਜਦੋਂ ਪੁਜਾਰੀ ਬ੍ਰਾਹਮਣ ਮੰਦਰ ਵਿੱਚ ਜਾ ਵੜਿਆ, ਇਸ ਨੇ ਬੂਹਾ ਖੋਲ੍ਹ ਕੇ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਪਤੀ ਦਾ ਕਤਲ ਕਰ ਗਿਆ ਹੈ ਇਹ ਬ੍ਰਾਹਮਣ। ਇਹ ਖਬਰ ਪਲੋ ਪਲੀ ਰਾਜੇ ਤੱਕ ਜਾ ਪਹੁੰਚੀ। ਫੌਜਾਂ, ਵਜ਼ੀਰ, ਅਮੀਰ ਸਾਰੇ ਇਕੱਠੇ ਹੋਏ। ਰਾਜੇ ਦੇ ਸਾਹਮਣੇ ਦੋ ਗੱਲਾਂ ਸਨ, ਇੱਕ ਤਾਂ ਪੁੱਤਰ ਦਾ ਕਤਲ, ਕਿ ਕਿਸ ਨੇ ਇਹ ਹਿੰਮਤ ਕੀਤੀ ਕਤਲ ਕਰਨ ਦੀ, ਦੂਸਰਾ ਪਰਜਾ ਨੂੰ ਵਿਸ਼ਵਾਸ ਕਿਵੇਂ ਰਹੇਗਾ ਜਿਸ ਰਾਜੇ ਦੇ ਰਾਜ ਭਵਨ ਵਿੱਚੋਂ ਹੀ ਉਸ ਦਾ ਪੁੱਤਰ ਕਤਲ ਹੋ ਗਿਆ ਹੈ, ਉਹ ਲੋਕਾਂ ਦੀ ਕੀ ਰੱਖਿਆ ਕਰੇਗਾ। ਉਹ ਰਾਜਾ ਕੀ ਰੱਖਿਆ ਕਰੇਗਾ ਜਦੋਂ ਉਸ ਦੇ ਪੁੱਤਰ ਦਾ ਕਤਲ ਹੀ ਹੋ ਗਿਆ ਹੈ। ਉਸਨੇ ਪੁੱਛਿਆ ਕਿ ਬੇਟੀ, ਰਾਜੇ ਨੇ ਪੁੱਛਿਆ ਕਿ ਬੇਟੀ ਇਹ ਸਭ ਕੁਝ ਕਿਵੇਂ ਹੋਇਆ, ਜੋ ਤੇਰੇ ਪਤੀ ਦਾ ਮੇਰੇ ਪੁੱਤਰ ਦਾ ਕਾਤਲ ਹੋਇਆ ਹੈ, ਇਹ ਕਿਵੇਂ ਹੋਇਆ। ਉਸ ਲੜਕੀ ਨੇ, ਰਾਜੇ ਦੀ ਨੂੰਹ ਨੇ ਆਪਣੀ ਜਾਨ ਬਚਾਉਣ ਲਈ ਝੂਠ ਬੋਲ ਕੇ ਕਿਹਾ ਕਿ ਮੈਂ ਤਾਂ ਸੁੱਤੀ ਪਈ ਸਾਂ,
ਜਦੋਂ ਕਤਲ ਹੋਣ ਦਾ ਖੜਕਾ ਸੁਣਿਆ ਤਾਂ ਮੈਂ ਜਾਗੀ ਅਤੇ ਰੌਲਾ ਪਾਇਆ। ਰਾਜੇ ਦੇ ਪੁੱਛਣ ਤੋਂ ਕਿ ਕਤਲ ਕਰਨ ਵਾਲਾ ਕਿੱਧਰ ਨੂੰ ਗਿਆ, ਤਾਂ ਕਹਿਣ ਲੱਗੀ, ਕਿਹਾ ਕਿ ਮੈਂ ਉਹ ਮੰਦਰ ਵਿੱਚ ਵੜਦਾ ਦੇਖਿਆ। ਰਾਜੇ ਨੇ ਉਸ ਪੰਡਤ ਦਾ ਕਤਲ ਕਰਨਾ ਚਾਹਿਆ। ਰਾਜੇ ਨੇ ਮੌਕੇ 'ਤੇ ਹੀ ਉਸ ਦਾ ਕਤਲ ਕਰਨਾ ਚਾਹਿਆ, ਪਰ ਵਜ਼ੀਰ ਦੇ ਕਹਿਣ ਤੋਂ ਕਤਲ ਤਾਂ ਨਹੀਂ ਕੀਤਾ ਰਾਜੇ ਨੇ, ਪਰੰਤੂ ਉਸ ਦਾ ਸੱਜਾ ਹੱਥ ਵੱਢ ਦਿੱਤਾ। ਕਿਉਂ? ਤਪੱਸਵੀ ਸੀ ਜਿਸ ਨੇ ਸੱਜੇ ਹੱਥ ਨਾਲ ਇਸ਼ਾਰਾ ਕੀਤਾ ਸੀ ਗਊ ਵੱਲ ਕਿ ਇੱਧਰ ਗਈ ਹੈ, ਅਤੇ ਰਾਜੇ ਨੇ ਉਸ ਦਾ ਸੱਜਾ ਹੱਥ ਵਢਵਾ ਦਿੱਤਾ। ਇਹ ਬ੍ਰਾਹਮਣ ਬਹੁਤ ਸੋਚਦਾ ਰਿਹਾ ਕਿ ਮੈਂ ਕਦੇ ਕਿਸੇ ਪਸ਼ੂ ਪੰਛੀ ਦਾ ਵੀ ਬੁਰਾ ਨਹੀਂ ਕੀਤਾ, ਮੈਂ ਬੇਗੁਨਾਹ ਸੀ, ਮੇਰਾ ਹੱਥ ਕਿਉਂ ਕੱਟਿਆ ਗਿਆ। ਫਿਰ ਇੱਕ ਪਿਛਲੇ ਜਨਮ ਦੇ ਗਿਆਤਾ ਸਤਪੁਰਸ਼ ਨੇ ਇਸ ਨੂੰ ਦੱਸਿਆ ਕਿ ਪਹਿਲੇ ਜਨਮ ਵਿੱਚ ਤੂੰ ਕਸਾਈ ਤੋਂ ਛੁੱਟ ਕੇ ਆਈ ਗਊ ਨੂੰ ਹੱਥ ਦਾ ਇਸ਼ਾਰਾ ਕਰਕੇ ਪਕੜਾਇਆ ਸੀ। ਤੇਰਾ ਇਤਨਾ ਕੁ ਬੁਰਾ ਕਰਮ ਬਣਿਆ ਕਿ ਕਸਾਈ ਨੇ ਗਊ ਨੂੰ ਮਾਰਿਆ ਸੀ, ਉਸ ਦਾ ਵੱਡਾ ਪਾਪ ਕਰਮ ਬਣ ਗਿਆ, ਅਤੇ ਹੁਣ ਪਰਮਾਤਮਾ ਨੇ ਉਸ ਦਾ ਫਲ ਭੁਗਤਾਉਣਾ ਕੀਤਾ ਹੈ। ਤੈਂ ਸੱਜਾ ਹੱਥ ਕੀਤਾ ਸੀ ਕਿ ਗਊ ਇੱਧਰ ਗਈ ਹੈ, ਅਤੇ ਇਸੇ ਕਰਕੇ ਤੇਰਾ ਸੱਜਾ ਹੱਥ ਕੱਟਿਆ ਗਿਆ। ਜੀਵ ਅਣਜਾਣਪੁਣੇ ਵਿੱਚ ਕਲਪਨਾ ਕਰਦੇ ਹਨ, ਪਰ ਦੋਸ਼ ਆਪਣੇ ਕੀਤੇ ਕਰਮਾਂ ਦਾ ਹੁੰਦਾ ਹੈ। ਗਊ ਨੇ ਇਸਤਰੀ ਰੂਪ ਬਣ ਕੇ ਪਤੀ ਰੂਪ ਬਣੇ ਕਸਾਈ ਤੋਂ ਪਿਛਲੇ ਜਨਮ ਦਾ ਬਦਲਾ ਲੈ ਲਿਆ ਹੈ। ਭਾਵੇਂ ਉਸ ਨੂੰ ਲੱਗਦਾ ਹੈ ਕਿ ਮੇਰੇ ਕੋਲੋਂ ਅਚਾਨਕ ਤਲਵਾਰ ਛੁੱਟ ਕੇ ਪਤੀ ਦਾ ਕਤਲ ਹੋਇਆ, ਪਰ ਇਹ ਕਰਮ ਫਲ ਭੁਗਤਾਨ ਹੋਇਆ ਹੈ। ਇਸੇ ਕਰਕੇ ਗੁਰੂ ਜੀ ਨੇ ਫਰਮਾਨ ਕੀਤਾ ਹੈ ਕਿ ਜਿਸ ਹੱਥ ਨਾਲ ਕੋਈ ਕਰਮ ਕਰਦਾ ਹੈ ਉਸ ਦਾ ਫਲ ਉਹੀ ਭੁਗਤਦਾ ਹੈ, ਉਸ ਦੇ ਥਾਂ ਕੋਈ ਹੋਰ ਨਹੀਂ ਫੜਿਆ ਜਾਂਦਾ। ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਕਿ ਜੇ ਕੋਈ ਇਹ ਹੱਥ ਨਾਲ ਕਿਸੇ ਵੀ ਹੱਥ ਨਾਲ ਕਰਮ ਕਰਦਾ ਹੈ ਉਸ ਦਾ ਫਲ ਇਹ ਹੱਥ ਹੀ ਪਾਉਂਦਾ ਹੈ, ਭਾਵੇਂ ਸੱਜਾ ਹੈ ਭਾਵੇਂ ਖੱਬਾ ਹੈ। ਭਾਵ ਜੇਕਰ ਸੱਜੇ ਹੱਥ ਨਾਲ ਕੋਈ ਕਰਮ ਕੀਤਾ ਹੈ ਤਾਂ ਉਸ ਦਾ ਫਲ ਵੀ ਸੱਜਾ ਹੱਥ ਹੀ ਪਾਵੇਗਾ। ਕੋਈ ਨਾ ਪਕੜੀਐ ਕਿਸੈ ਥਾਏ, ਕਿਸੇ ਦੇ ਥਾਏ ਥਾਂ ਕੋਈ ਨਹੀਂ ਪਕੜਿਆ ਜਾਵੇਗਾ। ਮਹਾਰਾਜ ਜੀ ਅੱਗੇ ਕਹਿਣ ਲੱਗੇ, ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚਹਿ, ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇ ਹਰ ਦਰਸ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ ਜੀ, ਤੁਸੀਂ ਉਹ ਕਰਦੇ ਹੋ। ਹਰ ਜੀਉ ਸੋਈ ਕਰਹਿ, ਕਿ ਹੇ ਪਰਮੇਸ਼ਰ ਜੀਓ, ਤੁਸੀਂ ਸੋਈ ਉਹ ਕਰਦੇ ਹੋ ਜੋ ਭਗਤ ਤੇਰਾ ਜਾਚਹਿ, ਜੋ ਜਿਹੜੇ ਤੁਹਾਡੇ ਭਗਤ ਸੇਵਕ ਜਾਚਹਿ ਮੰਗਦੇ ਹਨ, ਤੁਸੀਂ ਉਹੀ ਕਰਦੇ ਹੋ। ਇਹੋ ਤੇਰਾ ਬਿਰਦ, ਕਿ ਇਹ ਹੀ ਤੁਹਾਡਾ ਬਿਰਦ, ਤੁਹਾਡਾ ਧਰਮ ਹੈ। ਹੇ ਪਰਮੇਸ਼ਰ, ਜਿਹੜੇ ਤੁਹਾਡੇ ਭਗਤ ਜਾਚਹਿ ਮੰਗਦੇ ਹਨ, ਤੁਸੀਂ ਉਹ ਹੀ ਕਰਦੇ ਹੋ। ਕਰ ਜੋੜ ਨਾਨਕ ਦਾਨ ਮੰਗੈ, ਆਪਣਿਆਂ ਸੰਤਾਂ ਦੇ ਹਰ ਦਰਸ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਦਾਸਾ ਭਾਵ ਧਾਰ ਕੇ, ਸੇਵਕੀ ਭਾਵ ਧਾਰ ਕੇ, ਆਪਣੇ ਹੱਥ ਜੋੜ ਕਰਕੇ ਇਉਂ ਬੇਨਤੀ ਕਰੋ ਕਿ ਹੇ ਪਰਮੇਸ਼ਰ, ਅਸੀਂ ਇਹੋ ਦਾਨ ਮੰਗਦੇ ਹਾਂ ਕਿ ਤੁਸੀਂ ਸਾਨੂੰ ਆਪਣਿਆਂ ਸੰਤਾਂ ਸਾਤ ਚਿੱਤ ਮਹਾਤਮਾ ਜਨਾਂ ਦੇ ਦਰਸ਼ਨ ਦੇਣਾ ਕਰੋ। ਜਿਵੇਂ ਤੁਸੀਂ ਆਪਣੇ ਸੰਤ ਜਨਾਂ ਨੂੰ ਦਰਸ਼ਨ ਬਖਸ਼ਦੇ ਹੋ, ਹੇ ਮਹਾਰਾਜ, ਇਉਂ ਸਾਨੂੰ ਵੀ ਦਰਸ਼ਨ ਬਖਸ਼ੋ। ਰਾਗ ਆਸਾ ਮਹੱਲਾ ਪੰਜਵਾਂ।
ਘਾਰ 13ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ। ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ। ਜਨਮ ਭਵੰਤੇ ਨਰਕ ਪੜਾਂਤੇ ਤਿਨਕੇ ਕੁਲ ਉਧਾਰੇ। ਕੋਇ ਨ ਜਾਣੈ ਕੋਇ ਨ ਮਾਨੈ ਸੇ ਪ੍ਰਗਟ ਹਰਿ ਦੁਆਰੇ। ਕਾਵਨ ਉਪਮਾ ਦੇਉ ਕਵਨ ਬਡਾਈ ਨਾਨਕ ਖਿਨ ਖਿਨ ਬਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਘਰ 13ਵੇਂ ਸੁਰਤਾਲ ਵਿੱਚ ਬਾਣੀ ਦੀ ਮਹਿਮਾ ਕਥਨ ਕਰਦੇ ਹੋਏ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਹੀ ਵਿਸਥਾਰ ਦੁਆਰਾ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਕਥਨ ਕਰਦੇ ਹਨ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਹੇ ਸਤਿਗੁਰੂ ਸੱਚੇ ਗੁਰੂ ਨਾਨਕ ਦੇਵ ਜੀ, ਜੋ ਤੁਹਾਡੇ ਉਚਾਰਨ ਕੀਤੇ ਹੋਏ ਬਚਨ ਵਾਕ ਹਨ, ਉਹਨਾਂ ਵਾਕਾਂ ਨੇ ਨਿਰਗੁਣ ਗੁਣਾਂ ਤੋਂ ਹੀਣੇ ਪੁਰਸ਼ਾਂ ਨੂੰ ਸੰਸਾਰ ਸਮੁੰਦਰ ਤੋਂ ਧਾਰਨਾ ਕੀਤਾ ਹੈ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਹੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ, ਜੋ ਤੁਹਾਡੇ ਉਚਾਰਨ ਕੀਤੇ ਹੋਏ ਬਚਨ ਬੋਲ ਵਾਕ ਹਨ, ਉਹਨਾਂ ਵਾਕਾਂ ਨੇ ਉਹਨਾਂ ਬਚਨਾਂ ਨੇ ਨਿਰਗੁਣ ਗੁਣਾਂ ਤੋਂ ਹੀਣੇ ਪੁਰਸ਼ਾਂ ਨੂੰ ਨਿਸਤਾਰੇ ਸੰਸਾਰ ਸਮੁੰਦਰ ਤੋਂ ਧਾਰਨਾ ਕੀਤਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਹਿਣ ਲੱਗੇ, ਮਹਾ ਬਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ। ਮਹਾਰਾਜ ਜੋ ਮਹਾ ਵੱਡੇ ਬਿਖਾਦੀ ਝਗੜਾਲੂ ਵਿਸ਼ਿਆਂ ਦੇ ਖਾਧੇ ਹੋਏ ਟੁੱਟੇ ਮਨ ਵਾਲੇ ਦੁਸ਼ਟ ਦੋਸ਼ ਸਹਿਤ ਅਤੇ ਅਪਵਾਦੀ ਨਿੰਦਕ ਖੋਟੀ ਚਰਚਾ ਕਰਨ ਵਾਲੇ ਪੁਰਸ਼ ਸਨ। ਮਹਾ ਬਿਖਾਦੀ ਦੁਸ਼ਟ ਅਪਵਾਦੀ ਜੋ ਮਹਾ ਵੱਡੇ ਬਿਖਾਦੀ ਝਗੜਾਲੂ ਵਿਸ਼ਿਆਂ ਦੇ ਖਾਧੇ ਹੋਏ ਤੇ ਟੁੱਟੇ ਮਨ ਵਾਲੇ ਦੁਸ਼ਟ ਦੋਸ਼ ਸਹਿਤ ਅਤੇ ਅਪਵਾਦੀ ਨਿੰਦਕ ਖੋਟੀ ਚਰਚਾ ਕਰਨ ਵਾਲੇ ਪੁਰਸ਼ ਸਨ। ਤੇ ਪਨੀਤ ਸੰਗਾਰੇ, ਉਹ ਵੀ ਤੁਹਾਡੇ ਸੰਗਾਰੇ ਤੁਹਾਡੇ ਸੰਗ ਨਾਲ ਸੰਗਤ ਕਰਕੇ ਪਨੀਤ ਪਵਿੱਤਰ ਹੋਏ ਹਨ। ਐਡੇ ਐਡੇ ਖੋਟੇ ਟੁੱਟੇ ਮਨ ਵਾਲੇ ਦੁਸ਼ਟ ਤੇ ਨਿੰਦਿਆ ਕਰਨ ਵਾਲੇ ਖੋਟੀ ਚਰਚਾ ਕਰਨ ਵਾਲੇ ਪੁਰਸ਼ ਵੀ, ਉਹ ਵੀ ਤੁਹਾਡੇ ਸੰਗਾਰੇ ਸੰਗ ਨਾਲ ਸੰਗਤ ਕਰਕੇ ਪਨੀਤ ਪਵਿੱਤਰ ਹੋਏ ਹਨ। ਜਨਮ ਭਵੰਤੇ ਨਰਕ ਪੜਾਂਤੇ ਤਿਨਕੇ ਕੁਲ ਉਧਾਰੇ। ਜੋ ਜੀਵ ਜਨਮਾਂ ਵਿੱਚ ਭਵੰਤੇ ਭੌਂਦੇ ਫਿਰਦੇ ਸਨ ਅਤੇ ਨਰਕਾਂ ਵਿੱਚ ਪੜਾਂਤੇ ਪਏ ਹੋਏ ਸਨ, ਉਹਨਾਂ ਨੂੰ ਤਾਂ ਤਾਰਿਆ ਹੀ ਹੈ ਅਤੇ ਨਾਲ ਉਹਨਾਂ ਦੇ ਕੋਲ ਉਹਨਾਂ ਦੇ ਵੰਸ਼ ਵੀ ਤਾਰ ਦਿੱਤੇ ਹਨ। ਮਹਾਰਾਜ ਜਿਨ੍ਹਾਂ ਨੇ ਤੁਹਾਡਾ ਸੰਗ ਕੀਤਾ ਹੈ, ਸੰਗਤ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਦੇ ਕੁਲਾਂ ਵੀ ਤਰ ਗਈਆਂ ਹਨ। ਉਹਨਾਂ ਨੇ ਆਪ ਨੇ ਤਾਂ ਤਰਨਾ ਹੀ ਹੈ। ਜੋ ਜੀਵ ਜਨਮਾਂ ਵਿੱਚ ਭੌਂਦੇ ਫਿਰਦੇ ਸਨ ਤੇ ਨਰਕਾਂ ਵਿੱਚ ਪਏ ਹੋਏ ਸਨ, ਉਹਨਾਂ ਨੂੰ ਤਾਂ ਧਾਰਿਆ ਹੀ ਹੈ ਅਤੇ ਨਾਲ ਉਹਨਾਂ ਦੀਆਂ ਕੁਲਾਂ ਉਹਨਾਂ ਦੇ ਵੰਸ਼ ਤਾਰ ਦਿੱਤੇ ਹਨ। ਕੋਇ ਨਾ ਜਾਣੈ ਕੋਇ ਨਾ ਮਾਨੈ ਸੇ ਪ੍ਰਗਟ ਹਰਿ ਦੁਆਰੇ। ਹੇ ਸਤਿਗੁਰੂ ਜੀ, ਜਿਨ੍ਹਾਂ ਪੁਰਸ਼ਾਂ ਨੂੰ ਕੋਇ ਨਾ ਜਾਣੈ, ਕੋਈ ਵੀ ਨਹੀਂ ਜਾਣਦਾ, ਤੇ ਕੋਇ ਨਾ ਮਾਨੈ, ਨਾ ਹੀ ਕੋਈ ਮਨ ਦਾ ਭਾਵ ਕਿਸੇ ਮਾਣ ਦਿੰਦਾ ਸੀ। ਜਿਨ੍ਹਾਂ ਪੁਰਸ਼ਾਂ ਨੂੰ ਕੋਈ ਵੀ ਜਾਣਦਾ ਨਹੀਂ ਸੀ ਤੇ ਨਾ ਹੀ ਜਿਨ੍ਹਾਂ ਪੁਰਸ਼ਾਂ ਨੂੰ ਕੋਈ ਇੱਜ਼ਤ ਦਿੰਦਾ ਸੀ, ਮਾਣ ਦਿੰਦਾ ਸੀ। ਸੇ ਪ੍ਰਗਟ ਹਰਿ ਦੁਆਰੇ,
ਸੇ ਉਹ ਤੁਹਾਡੇ ਬਚਨਾਂ ਕਰਕੇ ਪਰਮੇਸ਼ਰ ਦੇ ਸਾਧ ਸੰਗਤ ਸੰਸਾਰ ਸੱਚਖੰਡ ਰੂਪੀ ਦਰਵਾਜ਼ੇ ਵਿੱਚ ਪ੍ਰਗਟ ਹੋਏ ਹਨ, ਜ਼ਾਹਰ ਹੋਏ ਗਏ ਹਨ, ਮਸ਼ਹੂਰ ਹੋ ਗਏ ਹਨ। ਜਿਨ੍ਹਾਂ ਨੇ ਤੁਹਾਡਾ ਨਾਮ ਜਪਿਆ ਹੈ, ਸੋਡਾ ਸਾਥ ਲੈਤਾ ਹੈ, ਸਤ ਸੰਗਤ ਕੀਤੀ ਹੈ, ਕਿ ਉਹ ਮਸ਼ਹੂਰ ਹੋ ਗਏ ਹਨ। ਕਬਨ ਉਪਮਾ ਦਿਓ ਕਬਨ ਬੜਾਈ। ਹੇ ਸਤਿਗੁਰੂ ਜੀ, ਤੁਹਾਡੇ ਬਚਨਾਂ ਬਾਣੀ ਨੂੰ ਕਬਨ ਕਿਸ ਦੀ ਉਪਮਾ, ਕਿਸ ਦੀ ਸਮਾਨਤਾ ਦੇਵਾਂ ਅਤੇ ਕਬਨ ਵਡਾਈ, ਕਿਸ ਦੀ ਵਡਿਆਈ ਦੇਵਾਂ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਤੁਹਾਡੇ ਬਚਨਾਂ ਤੋਂ ਅਸੀਂ ਖਿਨ ਖਿਨ ਬਾਰੇ, ਖਿਨ ਖਿਨ ਛਿਨ ਛਿਨ ਕਾਲ ਵਿੱਚ ਬਾਰਨੇ ਬਲਹਾਰਨੇ ਜਾਂਦੇ ਹਾਂ। ਭਾਵ ਆਪ ਜੀ ਦੇ ਬਚਨਾਂ ਤੁਲ ਕੋਈ ਵੀ ਨਹੀਂ ਹੈ। ਜੇਕਰ ਆਕਾਸ਼ ਦੀ ਉਪਮਾ ਦੇਈਏ ਤਾਂ ਉਹ ਜੜ ਹੈ, ਜੇਕਰ ਸੂਰਜ ਦੀ ਉਪਮਾ ਕਹੀਏ ਤਾਂ ਉਹ ਲੋਕਾਂ ਨੂੰ ਤਪਾਉਂਦਾ ਹੈ, ਜੇਕਰ ਚੰਦਰਮਾ ਦੀ ਕਹੀਏ ਤਾਂ ਉਸ ਦਾ ਤੇਜ ਫਿੱਕਾ ਅਤੇ ਘਟਦਾ ਵੱਧਦਾ ਹੈ, ਫਿਰ ਉਸ ਨੂੰ ਕਲੰਕ ਲੱਗਿਆ ਹੋਇਆ ਹੈ ਚੰਦਰਮਾ ਨੂੰ। ਜੇਕਰ ਆਪ ਜੀ ਦੇ ਬਚਨਾਂ ਤੁਲ ਵੇਦਾਂ ਕਤੇਬਾਂ ਦੀ ਵਡਿਆਈ ਦੇਈਏ ਤਾਂ ਇਹ ਬਣਦੀ ਨਹੀਂ, ਕਿਉਂਕਿ ਵੇਦਾਂ ਕਤੇਬਾਂ ਵਿੱਚ ਤਾਂ ਬੀਆਮਾਨ ਵਾਂਗ ਕਰਮ ਕਾਂਡ ਹੀ ਹਨ ਅਤੇ ਨਾਨਾ ਪ੍ਰਕਾਰ ਦੀ ਉਪਮਾ ਦੇ ਝਗੜੇ ਪਏ ਹੋਏ ਹਨ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਪਰੰਤੂ ਤੁਹਾਡੀ ਬਾਣੀ ਸਾਰੀਆਂ ਚਿਤਾਵਾਂ ਨੂੰ ਨਾਸ ਕਰਨ ਵਾਲੀ ਹੈ। ਜੈਸਾ ਕਿ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਕਿ ਮਹਾਰਾਜ ਤੁਹਾਡੀ ਵਡਿਆਈ ਕਿਸ ਪ੍ਰਕਾਰ ਕਰਨਾ ਕਰਾਂ ਕਿ ਤੁਹਾਡੇ ਤੋਂ ਬਸ ਬਲਹਾਰ ਕੁਰਬਾਨ ਹੀ ਜਾਂਦੇ ਹਾਂ। ਆਸਾ ਮਹੱਲਾ ਪੰਜਵਾ। ਬਾਬਰ ਸੋਏ ਰਹੇ ਰਹਾਉ, ਮੋਹ ਕਟੰਬ ਵੇਖੈ ਰਸ ਮਾਤੇ। ਮਿਥਿਆ ਗਹਿਨ ਗਹੇ, ਮਿਥਨ ਮਨੋਰਥ ਸੁਪਨ ਆਨੰਦ ਉਲਾਸ। ਮਾਨ ਮੁਖ ਸਤ ਕਹੇ, ਅੰਮ੍ਰਿਤ ਨਾਮ ਪਦਾਰਥ ਸੰਗੇ। ਤੇਲ ਮਰਮ ਨਾ ਲਹੇ, ਕਰ ਕਿਰਪਾ ਰਾਖੇ ਸਤ ਸੰਗੇ। ਨਾਨਕ ਸਰਨ ਆਹੇ, ਅੰਮ੍ਰਿਤ ਨਾਮ ਪਦਾਰਥ ਸੰਗੇ। ਤੇਲ ਮਰਮ ਨਾ ਲਹੇ, ਕਰ ਕਿਰਪਾ ਰਾਖੇ ਸਤ ਸੰਗੇ। ਨਾਨਕ ਸਰਨ ਆਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਵਿੱਚ ਪਰਮਾਦੀ ਹੋਏ ਜੀਵਾਂ ਨੂੰ ਸਾਵਧਾਨ ਹੋਣ ਲਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਪਰਮਾਦੀ ਹੋਏ ਜੀਵਾਂ ਨੂੰ ਸਾਵਧਾਨ ਹੋਣ ਲਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਬਾਬਰ ਸੋਏ ਰਹੇ। ਬਾਬਰ ਕਾਂਵਲੇ ਪੁਰਖ ਹਉਮੈ ਮਾਇਆ ਦੀ ਮਦ ਰੂਪੀ ਸ਼ਰਾਬ ਪੀ ਕੇ ਅਵਿਦਿਆ ਰੂਪੀ ਨੀਂਦ ਵਿੱਚ ਸੋਏ ਸੋ ਰਹੇ ਹਨ। ਬਾਬਰ ਸੋਏ ਰਹੇ ਕਿ ਬਾਬਰ ਕਾਂਵਲੇ ਪੁਰਖ ਹਉਮੈ ਦੀ ਮਾਇਆ ਦੀ ਮਦ ਰੂਪੀ ਸ਼ਰਾਬ ਪੀ ਕੇ ਅਵਿਦਿਆ ਰੂਪੀ ਨੀਂਦ ਵਿੱਚ ਸੋਏ ਸੋ ਰਹੇ ਹਨ। ਰਹਾਉ ਵਿਸਰਾਮ ਦੇ ਕੇ ਮਹਾਰਾਜ ਜੀ ਅੱਗੇ ਕਥਨ ਕਰਦੇ ਹਨ, ਮੋਹ ਕੁਟੰਬ ਵੇਖੈ ਰਸ ਮਾਤੇ। ਕਿ ਕੁਟੰਬ ਪਰਿਵਾਰ ਦੇ ਮੋਹ ਸਨੇਹ ਦੇ ਸ਼ਬਦ ਸਪਰਸ ਆਦਿ ਵਿਸ਼ਿਆਂ ਦੇ ਰਸ, ਵਿਸ਼ਿਆਂ ਦੇ ਸਵਾਦ ਵਿੱਚ ਮਾਤੇ ਮਸਤ ਹਨ। ਅਤੇ ਮਿਥਿਆ ਗਹਿਨ ਗਹੇ, ਅਤੇ ਮਿਥਿਆ
ਝੂਠੇ ਤੇ ਗਹਿਨ ਦੁੱਖ ਦੇਣ ਵਾਲੇ, ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਗਹੇ ਫੜ ਰਹੇ ਹਨ, ਪਕੜ ਰਹੇ ਹਨ। ਅਣਹੋਏ ਪਦਾਰਥਾਂ ਦੀ ਗਹਿਨ ਪਾਕੜ ਵਿੱਚ ਫੜੇ ਹੋਏ ਹਨ। ਮੋਹ ਕਟੰਬ ਵਿਖੈ ਰਸ ਮਾਤੇ, ਮਿਥਿਆ ਗਹਿਨ ਗਹੇ। ਮਹਾਰਾਜ ਜੀ ਕਹਿਣ ਲੱਗੇ, ਕੁਟੰਬ ਪਰਿਵਾਰ ਦੇ ਮੋਹ ਸਨੇਹ ਤੇ ਸ਼ਬਦ ਸਪਰਸ ਆਦਿਕ ਵਿਸ਼ਿਆਂ ਦੇ ਸਵਾਦ ਵਿੱਚ ਮਸਤ ਹਨ। ਜਿਹੜੇ ਕਾਮਲੇ ਪੁਰਖ ਹਨ, ਮਾਇਆ ਦੀ ਮਦ ਰੂਪੀ ਸ਼ਰਾਬ ਪੀ ਕੇ ਅਵਿਦਿਆ ਰੂਪੀ ਨੀਂਦ ਵਿੱਚ ਸੌਂ ਰਹੇ ਹਨ, ਉਹ ਪਰਿਵਾਰ ਦੇ ਸਨੇਹ ਤੇ ਸ਼ਬਦ ਸਪਰਸ ਆਦਿਕ ਵਿਸ਼ਿਆਂ ਦੇ ਰਸ ਸਵਾਦ ਵਿੱਚ ਮਸਤ ਹਨ। ਅਤੇ ਮਿਥਿਆ ਗਹਿਨ ਗਹੇ, ਮਿਥਿਆ ਝੂਠੇ ਤੇ ਦੁੱਖ ਦੇਣ ਵਾਲੇ, ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੇ ਪਦਾਰਥਾਂ ਨੂੰ ਫੜ ਰਹੇ ਹਨ। ਅਣਹੋਏ ਪਦਾਰਥਾਂ ਦੀ ਪਾਕੜ ਵਿੱਚ ਫੜੇ ਹੋਏ ਹਨ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਨ ਮੁਖ ਸਤ ਕਹੇ। ਮਿਥਨ ਅਣਹੋਏ ਮਨੋਰਥ, ਮਨੋਰਾਜ ਮਨ ਦੇ ਸੰਕਲਪ, ਜਿਹੜੇ ਮਿਥੇ ਹੋਏ ਮਨ ਦੇ ਸੰਕਲਪ ਹਨ, ਉਹਨਾਂ ਦੇ ਆਨੰਦ ਅਤੇ ਸੁਪਨੇ ਵਿੱਚ ਉਲਾਸ ਸੁੱਖਾਂ ਨੂੰ ਇਹ ਮਨ ਚਿੱਤ ਕਰਕੇ ਮੂੰਹੋਂ ਬੋਲ ਕੇ ਸਤ ਕਹੇ, ਸੱਚ ਸਮਝ ਕੇ ਕਹਿੰਦੇ ਹਨ। ਮਨੋਰਥ ਮਨ ਦੇ ਸੰਕਲਪਾਂ ਦਾ ਨਾਮ ਹੈ। ਮਿਥਨ ਮਨੋਰਥ ਸੁਪਨ ਆਨੰਦ ਉਲਾਸ, ਮਾਨਮੁਖ ਸਤ ਕਹੇ। ਕਿ ਮਿਥਨ ਅਣਹੋਏ ਮਨੋਰਥ, ਮਨੋਰਾਜ ਮਨ ਦੇ ਸੰਕਲਪ ਦੇ ਆਨੰਦ ਅਤੇ ਸੁਪਨੇ ਵਿੱਚ ਉਲਾਸ ਸੁੱਖਾਂ ਨੂੰ ਇਹ ਚਿੱਤ ਕਰਕੇ ਤੇ ਮੂੰਹੋਂ ਬੋਲ ਕੇ ਸਤ ਸੱਚੇ ਸਮਝ ਕੇ ਕਹਿੰਦੇ ਹਨ। ਕਿ ਜਿਉ ਸੁਪਨਾ ਹੋਏ ਬੈਠਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਸੁਪਨੇ ਦੀ ਗੱਲ ਸਮਝਾ ਰਹੇ ਹਨ ਕਿ ਇਹ ਜੀਵ ਜਿਹੜਾ ਮਨੋਰਥ ਮਨ ਦੇ ਵਿੱਚ ਸੋਚਦਾ ਹੈ, ਇਹ ਵੀ ਇੱਕ ਸੁਪਨਾ ਹੈ। ਜੈਸੇ ਇਸ ਸਾਖੀ ਦੇ ਵਿੱਚ ਸਮਝਾਉਣਾ ਕੀਤਾ ਹੈ, ਜੀਵ ਮਨ ਦੇ ਵਿੱਚ ਜਿਹੜੀਆਂ ਸੋਚਾਂ ਸੋਚਦਾ ਹੈ, ਐਂ ਕਰਕੇ ਐਂ ਕਰ ਲੂੰ, ਉਸ ਨੂੰ ਵੀ ਮਨੋਰਥ ਮਨ ਦਾ ਸੁਪਨਾ ਕਿਹਾ ਹੈ। ਕਿ ਜਿਵੇਂ ਇੱਕ ਤੇਲੀ ਤੇਲ ਦਾ ਕੁੱਪਾ ਚੁੱਕੀ ਆਉਂਦਾ ਸੀ, ਤੇਲ ਦਾ ਭਰਿਆ ਹੋਇਆ ਕੁੱਪਾ ਚੁੱਕੀ ਆਉਂਦਾ ਸੀ, ਉਹ ਕੁੱਪਾ ਭਾਰਾ ਹੋਣ ਕਰਕੇ ਤੇਲੀ ਇਕੱਲਾ ਹੀ ਗੱਲਾਂ ਕਰਦਾ ਹੈ ਕਿ 2 ਮੀਲ ਦਾ ਪੈਂਡਾ ਹੈ, ਜੇਕਰ ਕੋਈ ਆਦਮੀ ਮਿਲ ਪਵੇ ਤਾਂ ਉਸ ਦੇ ਸਿਰ 'ਤੇ ਚੁਕਾ ਦਿਆਂ। ਉੱਥੇ ਪਾਸ ਹੀ ਕਾਬਰ ਪੁੱਟ ਕੇ ਉਸ ਵਿੱਚ ਪਿਆ ਹੋਇਆ ਇੱਕ ਪੁਰਸ਼ ਬੋਲਿਆ ਕਿ ਮੈਂ ਮਰਿਆ ਪਿਆ ਹਾਂ, ਨਹੀਂ ਤਾਂ ਤੇਰਾ ਕੁੱਪਾ ਚੁੱਕ ਲੈਂਦਾ। ਤਾਂ ਉਸ ਤੇਲੀ ਨੇ ਕਿਹਾ ਕਿ ਮਰੇ ਬੋਲਦੇ ਨਹੀਂ ਹਨ, ਤੂੰ ਤਾਂ ਬੋਲਦਾ ਹੈ, ਤੂੰ ਬਾਹਰ ਨਿਕਲ, ਮੇਰਾ ਤੇਲ ਦਾ ਕੁੱਪਾ ਚੁੱਕ ਕਿ ਮੇਰੇ ਪਿੰਡ ਛੱਡ ਆ, ਤੈਨੂੰ 2 ਪੈਸੇ ਮਜ਼ਦੂਰੀ ਦੇ ਦਿਆਂਗਾ। ਕੁੱਪਾ ਛੱਡਣ ਦੀ ਮੇਰੇ ਪਿੰਡ ਤੱਕ ਤੈਨੂੰ 2 ਪੈਸੇ। ਜੋ ਕਬਰ ਦੇ ਵਿੱਚ ਪਿਆ ਬੋਲਦਾ ਸੀ, ਕਹਿੰਦਾ ਸੀ ਮੈਂ ਮਰਿਆ ਪਰ ਸੀ ਜਿਉਂਦਾ, ਕਿ ਉਸ ਨੂੰ ਕਿਹਾ ਤੈਨੂੰ 2 ਪੈਸੇ ਦੇ ਦਿਆਂਗਾ ਮਜ਼ਦੂਰੀ, ਮੇਰਾ ਕੁੱਪਾ ਮੇਰੇ ਪਿੰਡ ਤੱਕ ਛੱਡਿਆ, ਤੇਲ ਦਾ ਭਰਿਆ ਹੈ। ਜਦ ਉਹ ਬਾਹਰ ਨਿਕਲ ਆਇਆ ਤੇ ਉਸ ਦਾ ਕੁੱਪਾ ਸਿਰ ਉੱਪਰ ਰੱਖ ਕੇ ਤੁਰ ਪਿਆ। ਤਦ ਉਹ ਮਨ ਵਿੱਚ ਸੋਚਦਾ ਹੈ ਕਿ ਇਹਨਾਂ 2 ਪੈਸਿਆਂ ਦਾ ਹੋਰ ਤਾਂ ਕੁਝ ਆਉਂਦਾ ਨਹੀਂ, ਕਿ ਕੁਝ ਆਂਡੇ ਖਰੀਦ ਲਵਾਂਗਾ, ਫਿਰ ਕਿਸੇ ਮੁਰਗੀ ਤੋਂ ਬੱਚੇ ਕਢਵਾ ਲਵਾਂਗਾ। ਇਉਂ ਮਨ ਦੇ ਵਿੱਚ ਸੋਚਾਂ ਸੋਚਦਾ ਹੈ, ਬੋਲਦਾ ਨਹੀਂ, ਮਨ ਦੇ ਫੁਰਨੇ ਹਨ। ਇਉਂ ਬਹੁਤ ਸਾਰੀਆਂ ਮੁਰਗੀਆਂ ਹੋ ਜਾਣਗੀਆਂ। ਆਂਡੇ ਲੈ ਕੇ ਜਦੋਂ ਮੁਰਗੀਆਂ ਤੋਂ ਕਢਵਾ ਲਏ ਬੱਚੇ, ਬੱਚਿਆਂ ਤੋਂ ਬਹੁਤ ਸਾਰੀਆਂ ਮੁਰਗੀਆਂ ਹੋ ਜਾਣਗੀਆਂ। ਉਹਨਾਂ ਨੂੰ ਵੇਚ ਕੇ ਇੱਕ ਬੱਕਰੀ ਖਰੀਦਾਂਗਾ, ਫਿਰ ਬੱਕਰੀ ਦਾ ਬਹੁਤ ਇੱਜੜ ਹੋ ਜਾਏਗਾ। ਉਹਨਾਂ ਨੂੰ ਵੇਚ ਕੇ ਇੱਕ ਮੱਝ ਖਰੀਦਾਂਗਾ,
ਉਸ ਦਾ ਦੁੱਧ ਅਤੇ ਕੱਟੇ ਕੱਟੀਆਂ ਵੇਚ ਕੇ ਸੋਹਣਾ ਮਕਾਨ ਬਣਾਵਾਂਗਾ, ਫੇਰ ਵਿਆਹ ਕਰਵਾ ਲਵਾਂਗਾ ਅਤੇ ਘਰ ਵਿੱਚ ਸੰਤਾਨ ਹੋ ਜਾਏਗੀ। ਫਿਰ ਮੈਂ ਸੱਥ ਵਿੱਚ ਬੈਠਾ ਹੋਵਾਂਗਾ ਅਤੇ ਮੇਰੇ ਪੁੱਤਰ ਮੈਨੂੰ ਕਹਿਣਗੇ ਕਿ ਬਾਪੂ ਜੀ ਆਓ ਘਰ ਚੱਲੀਏ। ਮੈਂ ਕਹਾਂਗਾ ਕਿ ਨਹੀਂ, ਮੈਂ ਨਹੀਂ ਜਾਣਾ। ਇਉਂ ਕਹਿ ਕੇ ਸਿਰ ਹਿਲਾਤਾ ਅਤੇ ਤੇਲ ਦਾ ਕੁੱਪਾ ਹੇਠਾਂ ਡਿੱਗ ਪਿਆ ਕਿ ਮੈਂ ਐ ਸਿਰ ਹਿਲਾਇਆ ਕਰਾਂਗਾ ਕਿ ਮੈਂ ਨਹੀਂ ਜਾਣਾ। ਜਦੋਂ ਇੱਥੇ ਵੀ ਸਿਰ 'ਤੇ ਕੁੱਪਾ ਚੱਕਿਆ ਹੋਇਆ ਸਿਰ ਹਿਲਾ ਦਿੱਤਾ, ਤੇਲ ਦਾ ਕੁੱਪਾ ਥੱਲੇ ਡਿੱਗ ਪਿਆ, ਸਾਰਾ ਤੇਲ ਡੁੱਲ ਗਿਆ। ਤਾਂ ਤੇਲੀ ਗੁੱਸੇ ਵਿੱਚ ਉਸ ਨੂੰ ਝਿੜਕਣ ਲੱਗ ਪਿਆ। ਉਹ ਸੇਖ ਚਿੱਲੀ ਕਹਿੰਦਾ ਕਿ ਤੂੰ ਤਾਂ ਆਪਣੇ ਤੇਲ ਨੂੰ ਰੋਂਦਾ ਹੈ, ਮੇਰਾ ਸਾਰਾ ਪਰਿਵਾਰ ਹੀ ਰੁੜ ਗਿਆ ਹੈ, ਕਿਉਂਕਿ ਤੂੰ ਹੁਣ ਮੈਨੂੰ 2 ਪੈਸੇ ਨਹੀਂ ਦੇਣੇ ਅਤੇ ਮੇਰਾ ਪਰਿਵਾਰ ਨਹੀਂ ਬਣਨਾ। ਇਸ ਪ੍ਰਕਾਰ ਦੇ ਜੋ ਸੰਕਲਪ ਕਰਨੇ ਹਨ, ਇਹਨਾਂ ਦਾ ਨਾਮ ਮਨੋਰਥ ਹੈ। ਮਨ ਦੇ ਵਿੱਚ ਜਿਹੜੇ ਫੁਰਨੇ ਫੁਰਦੇ ਹਨ, ਇਸ ਨੂੰ ਮਨੋਰਥ ਕਹਿੰਦੇ ਹਨ। ਸੁਪਨਾ ਕੀ ਹੁੰਦਾ ਹੈ ਕਿ ਜਾਗਰਤ ਅਤੇ ਘੋਰ ਨਿੰਦਾ ਦੇ ਵਿਚਾਲੇ ਦੀ ਅਵਸਥਾ ਹੁੰਦੀ ਹੈ। ਜਿਹੜੀ ਜਾਗਰਤ ਅਤੇ ਘੋਰ ਨਿੰਦਰਾ ਦੇ ਵਿਚਾਲੇ ਦੀ ਅਵਸਥਾ, ਜਿਸ ਵਿੱਚ ਪੁਰਾਣੇ ਸੰਸਕਾਰਾਂ ਅਨੁਸਾਰ ਪਦਾਰਥਾਂ ਦਾ ਜਾਗਰਤ ਦੀ ਨਿਆਈ ਗਿਆਨ ਹੁੰਦਾ ਹੈ। ਜਿਵੇਂ ਕੋਈ ਮੰਗਤਾ ਸਿਰ ਥੱਲੇ ਠੂਠਾ ਰੱਖ ਕੇ ਸੁੱਤਾ ਹੋਵੇ ਅਤੇ ਸੁਪਨੇ ਵਿੱਚ ਆਪਣੇ ਆਪ ਨੂੰ ਰਾਜਾ ਬਣਿਆ ਦੇਖੇ, ਸਾਰੀ ਪਰਜਾ ਉੱਪਰ ਹੁਕਮ ਕਰੇ, ਹਜ਼ਾਰਾਂ ਫੌਜਾਂ ਨਾਲ ਹੋਣ ਸੁਪਨੇ ਵਿੱਚ, ਇਉਂ ਬਹੁਤ ਖੁਸ਼ ਹੁੰਦਾ ਹੈ ਸੁਪਨੇ ਵਿੱਚ। ਪਰੰਤੂ ਜਦੋਂ ਜਾਗ ਕੇ ਦੇਖਿਆ ਤਾਂ ਉਹ ਭਿਖਾਰੀ ਦਾ ਭਿਖਾਰੀ ਹੀ ਸੀ। ਜੈਸਾ ਕਿ ਜਿਉਂ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੈ ਤਾਂ ਨਿਰਾਰਥ ਕਾਜਾ। ਇਸ ਪ੍ਰਕਾਰ ਝੱਲੇ ਪੁਰਸ਼ ਇਹਨਾਂ ਮਿਥਿਆ ਫੁਰਨਿਆਂ ਅਤੇ ਸੁਪਨੇ ਦੇ ਪਦਾਰਥਾਂ ਵਿੱਚ ਚਿੱਤ ਲਗਾ ਕੇ ਬਹੁਤ ਆਨੰਦ, ਬਹੁਤ ਪ੍ਰਸੰਨ ਹੋ ਰਹੇ ਹਨ। ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੈ। ਜੋ ਅੰਮ੍ਰਿਤ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਸਦਾ ਸੰਗੇ ਸਦਾ ਨਾਲ ਹੈ, ਉਸ ਦਾ ਤਿਲ ਮਾਤਰ ਵੀ ਮਰਮ ਭੇਦ ਨਹੀਂ ਪ੍ਰਾਪਤ ਕਰਦੇ। ਇਹ ਝੱਲੇ ਪੁਰਸ਼ ਮਿਥਿਆ ਫੁਰਨਿਆਂ ਵਿੱਚ, ਸੁਪਨੇ ਦੇ ਪਦਾਰਥਾਂ ਵਿੱਚ ਚਿੱਤ ਲਗਾ ਕੇ ਬਹੁਤ ਆਨੰਦ ਹੁੰਦੇ ਹਨ, ਪਰ ਜੋ ਅਮਰ ਕਰਨ ਵਾਲਾ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਸਦਾ ਸੰਗੇ ਸਦਾ ਨਾਲ ਹੈ, ਉਸ ਦਾ ਤਿਲ ਮਾਤਰ ਵੀ ਭੇਦ ਨਹੀਂ ਪ੍ਰਾਪਤ ਕਰਦੇ। ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਨ ਆਹੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਨੇ ਆਪ ਮਿਹਰ ਕਰਕੇ ਸਤ ਸੰਗੇ, ਸਤ ਸੰਗਤ ਵਿੱਚ ਰੱਖ ਲਏ ਹਨ, ਉਹ ਹੀ ਪ੍ਰਭੂ ਦੀ ਸਰਨ ਆਹੇ, ਉਹ ਹੀ ਪ੍ਰਭੂ ਦੀ ਸਰਨ ਪਨਾਹ ਓਟ ਵਿੱਚ ਆਹੇ। ਚਾਅ ਇੱਛਾ ਕਰਕੇ ਆਏ ਹਨ, ਮਨ ਦੇ ਵਿੱਚ ਇੱਛਾ ਰੱਖ ਕੇ ਆਏ ਹਨ। ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਨ ਆਹੇ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਪਰਮੇਸ਼ਰ ਨੇ ਆਪ ਮਿਹਰ ਕਰਕੇ ਸਤ ਸੰਗ ਵਿੱਚ ਰੱਖ ਲਏ ਹਨ, ਉਹ ਹੀ ਪ੍ਰਭੂ ਦੀ ਸਰਨ ਵਿੱਚ, ਓਟ ਵਿੱਚ, ਪਨਾਹ ਵਿੱਚ ਆਏ ਹਨ। ਮਹਾਰਾਜ ਜੀ